ਹੈਲੋ एवरीवन ਵੈਰੀ ਗੁੱਡ ਮਾਰਨਿੰਗ ਟੂ ਆਲ ਆਫ ਯੂ। ਅੱਜ ਆਪਾਂ ਡਿਸਕਸ ਕਰਦੇ ਹਾਂ ਚੈਪਟਰ 3 ਜਿਹਦਾ ਨੇਮ ਹੈ ਕਲਾਸੀਫਿਕੇਸ਼ਨ ਆਫ ਐਲੀਮੈਂਟਸ ਐਂਡ ਪੀਰੀਓਡਿਸਿਟੀ ਇਨ ਪ੍ਰੋਪਰਟੀਜ਼। ਜਦੋਂ ਆਪਾਂ ਸੈਕੰਡ ਚੈਪਟਰ ਕੀਤਾ ਸੀ ਐਂਡ ਫਸਟ ਵੀ ਕੀਤਾ ਸੀ, ਫਸਟ ਚੈਪਟਰ ਦੇ ਸਟਾਰਟਿੰਗ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਸੀ ਕਿ ਆਪਣੇ ਕੋਲ ਟੋਟਲ 118 ਐਲੀਮੈਂਟਸ ਨੇ ਜਿਹੜੇ ਹੁਣ ਤੱਕ ਡਿਸਕਵਰ ਹੋ ਚੁੱਕੇ ਨੇ। ਬਟ ਅਗਰ ਆਪਾਂ ਇਹਦੀ ਹਿਸਟਰੀ ਦੀ ਗੱਲ ਕਰੀਏ ਐਲੀਮੈਂਟਸ ਦੀ, ਤਾਂ ਪਹਿਲਾਂ ਇੱਦਾਂ ਨਹੀਂ ਸੀ। ਹੌਲੀ ਹੌਲੀ ਐਲੀਮੈਂਟ ਡਿਸਕਵਰ ਹੋਏ ਨੇ, ਟੋਟਲ 118 ਐਲੀਮੈਂਟ ਬਣੇ ਨੇ। ਓਕੇ ਨਾਓ ਅਗਰ ਮੈਂ ਜ਼ਿਆਦਾ ਹਿਸਟਰੀ ਦੇ ਵਿੱਚ ਜਾਵਾਂ, ਹਿਸਟਰੀ ਦੀ ਗੱਲ ਕਰਾਂ ਤਾਂ 17ਵੀਂ ਸਦੀ ਤੱਕ 17th ਸੈਂਚੁਰੀ ਦੇ ਵਿੱਚ ਅਗਰ ਮੈਂ ਇਹਦੀ ਹਿਸਟਰੀ ਦੀ ਗੱਲ ਕਰਾਂ ਤਾਂ 17th ਸੈਂਚੁਰੀ ਦੇ ਵਿੱਚ ਟੋਟਲ 31 ਐਲੀਮੈਂਟਸ ਡਿਸਕਵਰ ਹੋਏ ਸੀ। ਹੌਲੀ ਹੌਲੀ ਅਗਰ ਗੱਲ ਕਰੀਏ 1800 ਤੋਂ 1869 ਦੇ ਵਿੱਚ ਇਹ ਐਲੀਮੈਂਟਾਂ ਦੀ ਗਿਣਤੀ 63 ਹੋ ਗਈ। ਐਂਡ ਅਗਰ ਮਾਡਰਨ ਗੱਲ ਕਰੀਏ ਤਾਂ ਟੋਟਲ 118 ਐਲੀਮੈਂਟਸ ਨੇ ਜਿਹੜੇ ਹੁਣ ਤੱਕ ਡਿਸਕਵਰ ਹੋ ਚੁੱਕੇ ਨੇ। 17ਵੀਂ ਸਦੀ ਦੇ ਵਿੱਚ 31 ਐਲੀਮੈਂਟ ਡਿਸਕਵਰ ਹੋਏ ਸੀ। 31 ਐਲੀਮੈਂਟ ਬਹੁਤ ਥੋੜ੍ਹੇ ਨੇ, ਇਹਨਾਂ ਨੂੰ ਸਟੱਡੀ ਕਰਨਾ, ਇਹਨਾਂ ਦੀਆਂ ਪ੍ਰੋਪਰਟੀਜ਼ ਨੂੰ ਯਾਦ ਰੱਖਣਾ ਸੌਖਾ ਸੀ। ਬਟ ਜਿਵੇਂ ਜਿਵੇਂ ਐਲੀਮੈਂਟਾਂ ਦੀ ਡਿਸਕਵਰੀ ਵੱਧਦੀ ਗਈ ਤਾਂ ਐਲੀਮੈਂਟਾਂ ਨੂੰ ਯਾਦ ਰੱਖਣਾ, ਉਹਨਾਂ ਦੀਆਂ ਪ੍ਰੋਪਰਟੀਜ਼ ਨੂੰ ਯਾਦ ਰੱਖਣਾ, ਉਹਨਾਂ ਨੂੰ ਸਿੰਬਲਾਈਜ਼ ਕਰਨਾ, ਕਾਫੀ ਪ੍ਰੋਪਰਟੀਜ਼ ਨੇ, ਕਾਫੀ ਗੱਲਾਂ ਨੇ ਜਿਹੜੀਆਂ ਆਪਾਂ ਨਹੀਂ ਯਾਦ ਰੱਖ ਸਕਦੇ। ਅੱਜ ਅਗਰ ਗੱਲ ਕਰੀਏ ਆਪਾਂ ਟੋਟਲ 118 ਐਲੀਮੈਂਟ ਨੇ। ਇੱਕ ਐਲੀਮੈਂਟ ਦੇ ਉੱਪਰ ਪੂਰੀ ਬੁੱਕ ਲਿਖੀ ਜਾ ਸਕਦੀ ਹੈ, ਬੁੱਕ ਤੋਂ ਵੀ ਜ਼ਿਆਦਾ ਉਹਦੀਆਂ ਪ੍ਰੋਪਰਟੀਜ਼ ਨਹੀਂ ਬਣ ਕੇ। ਤਾਂ 118 ਐਲੀਮੈਂਟ ਦੀਆਂ ਤਾਂ ਦੇਖੋ ਕਿੰਨੀ ਜ਼ਿਆਦਾ ਸਟੱਡੀ ਹੋ ਗਈ, ਬਹੁਤ ਵਾਸਟ ਸਟੱਡੀ ਹੋ ਗਈ। ਤਾਂ ਇਟ ਮੀਨਸ ਜਿਹੜੇ ਐਲੀਮੈਂਟਸ ਨੇ ਇਹਨਾਂ ਦੀਆਂ ਪ੍ਰੋਪਰਟੀਜ਼ ਨੂੰ ਚੇਤੇ ਰੱਖਣਾ, ਯਾਦ ਰੱਖਣਾ ਬਹੁਤ ਡਿਫੀਕਲਟ ਹੈ ਇੱਦਾਂ। ਤਾਂ ਸਾਇੰਟਿਸਟਾਂ ਨੇ ਇਹਨਾਂ ਦਾ ਕੋਈ ਵੱਖਰਾ ਰਾਹ ਕੱਢਣ ਬਾਰੇ ਸੋਚੀ। ਉਹਨਾਂ ਨੇ ਸੋਚਿਆ ਕਿਉਂ ਨਾ ਆਪਾਂ ਇਹਨਾਂ ਨੂੰ ਇੱਕ ਟੈਬੂਲਰ ਫਾਰਮ ਦੇ ਵਿੱਚ ਅਰੇਂਜ ਕਰ ਦਈਏ ਤਾਂ ਕਿ ਜਿਹੜੇ ਐਲੀਮੈਂਟਾਂ ਦੀਆਂ ਪ੍ਰੋਪਰਟੀਆਂ ਮੈਚ ਕਰਦੀਆਂ ਨੇ ਉਹ ਇੱਕ ਗਰੁੱਪ ਦੇ ਵਿੱਚ ਆ ਜਾਣ ਅਤੇ ਆਪਾਂ ਉਹ ਗਰੁੱਪ ਦਾ ਇੱਕ ਐਲੀਮੈਂਟ ਸਟੱਡੀ ਕਰੀਏ, ਬਾਕੀ ਸਾਰੇ ਸਟੱਡੀ ਹੋ ਜਾਣ। ਤਾਂ ਇੱਦਾਂ ਕਰਕੇ ਸਾਰੇ ਸਾਇੰਟਿਸਟਾਂ ਨੇ ਜਿਨ੍ਹਾਂ ਨੇ ਵੀ ਪੀਰੀਓਡਿਕ ਟੇਬਲ ਬਣਾਉਣ ਦੇ ਵਿੱਚ ਕੰਟਰੀਬਿਊਸ਼ਨ ਦਿੱਤੀ ਸੀ, ਉਹ ਇੱਦਾਂ ਕਰਕੇ ਸੋਚਣਾ ਸ਼ੁਰੂ ਕਰਤਾ ਕਿ ਆਪਾਂ ਐਲੀਮੈਂਟਾਂ ਦੀ ਸਟੱਡੀ ਨੂੰ ਸੌਖੇ ਬਣਾਉਣਾ ਚਾਹੁੰਦੇ ਹਾਂ। ਠੀਕ ਹੈ ਜੀ। ਤਾਂ ਸਾਰਿਆਂ ਨਾਲੋਂ ਪਹਿਲਾਂ ਸਾਇੰਟਿਸਟ ਸੀਗਾ ਲੈਵੋਜ਼ੀਅਰ, LAVOISIER, ਲੈਵੋਜ਼ੀਅਰ। ਲੈਵੋਜ਼ੀਅਰ ਦਾ ਨਾਂ ਜਿਹੜਾ ਹੈਗਾ ਜ਼ਿਆਦਾ ਫੇਮ ਤਾਂ ਨਹੀਂ ਹਾਸਲ ਕਰ ਸਕਿਆ, ਬਟ ਉਹਦੇ ਮਾਡਲ ਨੂੰ ਫਿਰ ਵੀ ਸਟੱਡੀ ਕੀਤਾ ਜਾਂਦਾ। ਲੈਵੋਜ਼ੀਅਰ ਨੇ ਐਲੀਮੈਂਟਸ ਨੂੰ ਮੈਟਲਸ ਐਂਡ ਨੋਨ ਮੈਟਲਸ ਦੀ ਫਾਰਮ ਦੇ ਵਿੱਚ ਡਿਵਾਈਡ ਕੀਤਾ। ਉਹ ਕਹਿੰਦੇ ਕਿ ਐਲੀਮੈਂਟਸ ਨੂੰ ਮੈਟਲ ਅਤੇ ਨੋਨ ਮੈਟਲ ਦੇ ਵਿੱਚ ਡਿਵਾਈਡ ਕਰਕੇ ਵੰਡ ਕਰ ਦਿਓ ਅਤੇ ਐਲੀਮੈਂਟਾਂ ਨੂੰ ਸਟੱਡੀ ਕਰਨਾ ਸੌਖਾ ਹੋ ਜਾਊਗਾ। ਬਟ ਇਹ ਮਾਡਲ ਜ਼ਿਆਦਾ ਫੇਮਸ ਨਹੀਂ ਹੋ ਸਕਿਆ ਬਿਕੋਜ਼ ਐਲੀਮੈਂਟਸ ਨੂੰ ਮੈਟਲ ਅਤੇ ਨੋਨ ਮੈਟਲ ਦੇ ਵਿੱਚ ਵੰਡਣ ਦੇ ਨਾਲ ਪ੍ਰੋਪਰਟੀਜ਼ ਮੈਚ ਨਹੀਂ ਕਰਦੀਆਂ, ਕਿਉਂਕਿ ਕਾਫੀ ਮੈਟਲਸ ਇੱਦਾਂ ਦੀਆਂ ਨੇ ਵਿੱਚ ਜਿਹੜੀਆਂ ਓਵਰਆਲ ਸਾਰੀਆਂ ਪ੍ਰੋਪਰਟੀਜ਼ ਨੂੰ ਓਵੇ ਨਹੀਂ ਕਰਦੀਆਂ ਮੈਟਲ ਦੀਆਂ ਨੂੰ। ਜਿਵੇਂ ਕਿ ਆਪਾਂ ਸੋਡੀਅਮ ਦੀ ਗੱਲ ਕਰਦੇ ਹਾਂ, ਬਾਕੀ ਸਾਰੀਆਂ ਮੈਟਲਸ ਹਾਰਡ ਨੇ, ਸੋਡੀਅਮ ਸੌਫਟ ਮੈਟਲ ਹੈ, ਪੋਟਾਸ਼ੀਅਮ ਵੀ ਸੌਫਟ ਹੈ। ਇੱਦਾਂ ਕਰਕੇ ਕਾਫੀ ਪ੍ਰੋਪਰਟੀਜ਼ ਨੇ ਜਿਹੜੀਆਂ ਤੁਸੀਂ ਪਹਿਲਾਂ ਪੜ੍ਹੀਆਂ ਨੇ ਕਿ ਕੁਛ ਐਲੀਮੈਂਟਸ ਨੇ, ਕੁਛ ਮੈਟਲਸ ਨੇ ਜਿਹੜੀਆਂ ਵੱਖਰਾ ਬਿਹੇਵੀਅਰ ਸ਼ੋਅ ਕਰਦੀਆਂ ਨੇ ਬਾਕੀ ਮੈਟਲਸ ਦੇ ਨਾਲੋਂ। ਸੇਮ ਹੀ ਕੁਛ ਨੋਨ ਮੈਟਲਸ ਨੇ ਜਿਹੜੀਆਂ ਸਾਰੀਆਂ ਨੋਨ ਮੈਟਲਸ ਦੀਆਂ ਪ੍ਰੋਪਰਟੀਜ਼ ਨੂੰ ਓਬੇ ਨਹੀਂ ਕਰਦੀਆਂ। ਸੋ ਇਟ ਮੀਨਸ ਪ੍ਰੋਬਲਮ ਇਹਦੀ ਇਹ ਰਹੀ ਕਿ ਇਹਨੇ ਮੈਟਲਸ ਅਤੇ ਨੋਨ ਮੈਟਲਸ ਦੇ ਵਿੱਚ ਅਰੇਂਜਮੈਂਟ ਕੀਤੀ ਜਿਹੜੀ ਕਿ ਜ਼ਿਆਦਾ ਪੋਪੂਲਰ ਨਹੀਂ ਹੋਈ, ਜ਼ਿਆਦਾ ਸਿਸਟੇਮੈਟਿਕ ਨਹੀਂ ਹੋਈ। ਤਾਂ ਕਰਕੇ ਇਹ ਮਾਡਲ ਜ਼ਿਆਦਾ ਫੇਮ ਨਹੀਂ ਹਾਸਲ ਕਰ ਸਕਿਆ, ਇੱਥੇ ਮਾਡਲ ਇਹ ਫੇਲ ਹੋ ਜਾਂਦਾ ਹੈ। ਤਾਂ ਨਵਾਂ ਮਾਡਲ ਆਇਆ ਡਬਰਨੀਅਰਸ ਟਰਾਇਡ ਰੂਲ, ਜਿਹੜਾ ਕਿ ਥੋੜ੍ਹਾ ਜਿਹਾ ਫੇਮ ਵੀ ਹਾਸਲ ਕਰ ਸਕਿਆ ਸੀ ਅਤੇ ਕਾਫੀ ਸਾਰੇ ਐਲੀਮੈਂਟਸ ਨੂੰ ਇਹਨੇ ਅਰੇਂਜ ਵੀ ਕਰਤਾ ਸੀ। ਡਬਰਨੀਅਰਸ ਟਰਾਇਡ ਰੂਲ, DOBEREINER, ਡਬਰਨੀਅਰਸ ਟਰਾਇਡ, ਡਬਰਨੀਅਰਸ TRAIDS, ਟਰਾਇਡਸ TRIADS, ਸੌਰੀ, ਟਰਾਇਡਸ, ਡਬਰਨੀਅਰ ਟਰਾਇਡਸ। ਟਰਾਇਡਸ ਦਾ ਮੀਨਿੰਗ ਹੁੰਦਾ ਗਰੁੱਪ ਆਫ 3 ਐਲੀਮੈਂਟਸ, ਗਰੁੱਪ ਆਫ 3 ਐਲੀਮੈਂਟਸ, ਗਰੁੱਪ ਆਫ 3 ਐਲੀਮੈਂਟਸ। ਡਬਰਨੀਅਰ ਨੇ ਕੀ ਕੀਤਾ, ਜਿਹੜੇ ਐਲੀਮੈਂਟਸ ਉਦੋਂ ਦੇ ਨੋਨ ਸੀਗੇ, 1817 ਦੀ ਇਹ ਗੱਲ ਹੈ ਟੋਟਲ ਓਵਰਆਲ। 1817 ਦੇ ਵਿੱਚ ਜਰਮਨ ਦਾ ਸਾਇੰਟਿਸਟ ਹੈ ਇਹ ਡਬਰਨੀਅਰ, ਜੌਨ ਡਬਰਨੀਅਰ। ਤਾਂ ਉਹਨਾਂ ਨੇ ਕੀ ਕੀਤਾ, ਐਲੀਮੈਂਟਸ ਨੂੰ 3-3 ਦੇ ਗਰੁੱਪ ਦੇ ਵਿੱਚ ਵੰਡਣਾ ਸ਼ੁਰੂ ਕਰਤਾ। ਉਹਨਾਂ ਦੇ ਅਕੋਰਡਿੰਗਲੀ ਹਰੇਕ ਗਰੁੱਪ ਦੇ ਵਿੱਚ ਜਿਹੜੇ ਵੀ ਐਲੀਮੈਂਟ ਆਉਂਦੇ ਸੀ ਉਹਨਾਂ ਦੀਆਂ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀਜ਼ ਮੈਚ ਕਰਦੀਆਂ ਸੀ। ਉਹਨਾਂ ਨੇ ਸਟਾਰਟਿੰਗ ਦੇ ਵਿੱਚ 3 ਟਰਾਇਡ ਬਣਾਏ। ਉਹਨਾਂ 'ਚੋਂ ਪਹਿਲਾ ਟਰਾਇਡ ਸੀ ਲੀਥੀਅਮ, ਸੋਡੀਅਮ, ਪੋਟਾਸ਼ੀਅਮ। ਦੇਖੋ ਟਰਾਇਡ ਹੈ ਮੀਨਸ 3 ਐਲੀਮੈਂਟ ਨੇ ਇਹਦੇ ਵਿੱਚ। ਸੈਕਿੰਡ ਬਣਾਇਆ ਉਹਨਾਂ ਨੇ ਕੈਲਸ਼ੀਅਮ,
स्ट्रोंशियम एंड वेरियम। थर्ड ट्राइड बनाया उन्होंने क्लोरीन, ब्रोमीन एंड आयोडीन। सो तीन ये ट्राइड बनाए उन्होंने। वो कहते कि एक ट्राइड दे विच जिन्ने भी एलीमेंट्स आए ने उन्होंने प्रॉपर्टीज़ मैच करदियां ने, सेम प्रॉपर्टीज़ ने, फिजिकल एंड कैमिकल। इट मीनस ये ग्रुप दे विचों मैं किसी भी एलीमेंट नूं स्टडी करा, इट मीनस मैं तीनों एलीमेंटां नूं स्टडी कर लिया। इस ग्रुप दे विच मैं किसी भी एक एलीमेंट नूं स्टडी किया, बाकी तिन्नां नूं स्टडी कर लिया। इस ग्रुप दे विच मैं किसी भी एलीमेंट नूं स्टडी किया, बाकी सारिਆਂ ਨੂੰ स्टडी कर लिया। ओके, तो इदां करके उन्होंने अरेंजमेंट करनी शुरू की। वो सिर्फ 3 ट्राइड ही बना सके, इस तो वध ट्राइड बने नहीं। इस तो इलावा एक होर चीज़ ये इंटरस्टिंग सी, वो कहते कि फस्ट तो लास्ट एलीमेंट का जोड़ा अटोमिक वेट है, क्योंकि उन्होंने अटोमिक वेट के हिसाब से अरेंजमेंट की सी, टॉप टू बॉटम अटोमिक वेट वधदा सी। तो अटोमिक वेट अगर फस्ट तो थर्ड दे नूं आपां ऐड करांगे, 2 ते डिवाइड करांगे, वो सेंटर वाले का अटोमिक वेट आ जाना। किवें देखो, यदा वेट हैगा 7, यदा 39 है। अगर आप 7 + 39 नूं 2 ते डिवाइड करिए, 46/2 आ जाता, विच इज़ 23। तो सोडियम का अटोमिक वेट भी 23 हुंदा है। सो इट मीनस फस्ट तो लास्ट दे एलीमेंट के मास नूं आपां अगर जोड़ के 2 ते वंड करांगे तो वो विचकारले एलीमेंट का मास आ जाएगा। सेम ही बाकी 2 ग्रुप्स के नाल होया। बट बाकी 2 ग्रुप्स का जो आपां वेट इदां कढ़दे सी, सेंटर वाले एलीमेंट का वेट आपां इदां कढ़दे सी, तो एग्जैक्टली इक्वल नहीं आंदा सी। जिमें ये आपां गल करिए जिहड़ा स्ट्रोंशियम है, स्ट्रोंशियम का वेट आउंदा सीगा 88.5, एक्चुअल दे विच यह 88 हुंदा है। सेम ही ब्रोमीन है, ब्रोमीन का एक्चुअल दे विच तां 80 हुंदा है, बट एज के अकॉर्डिंगली आया 81.35। सो थोड़ा बहुत डिफरेंस आया, बट नीयरली ये सेम ने, नीयरली किने ये सेम ने। तो ये डवर्नियर का ट्राइड रूल सी, ये रूल इत्थे फेल हो जाता है। क्यों फेल हो जाता? बिकॉज ये सिर्फ 3 ही ट्राइड बना सकिया, इस तो ज़्यादा ट्राइड बने नहीं, तां करके मॉडल इत्थे फेल हो जाता। जिहड़ा अगला मॉडल सी 1862 दे विच एक फ्रेंच का जियोलॉजिस्ट सीगा, उन्होंने ये टेबल दिता सी अगला, विच इज़ सिलेंड्रिकल मॉडल या सिलेंड्रिकल टेबल ऑफ एलीमेंट्स। सिलेंड्रिकल टेबल से जोड़ा ज़्यादा टिपिकल से, ज़्यादा कंपलैक्स से, तां करके ज़्यादा स्टडी नहीं होया, ना ही ये ज़्यादा हिस्टरी जी हैगी आपां हैगी है। तो उस तो अगला मॉडल आ गया, चौथा मॉडल है जोड़ा कि न्यूलैंड लॉ ऑफ ऑक्टेव। 1865 दे विच नवा मॉडल तैयार होया, विच इज़ न्यूलैंड लॉ ऑफ ऑक्टेव। तो आप इस मॉडल बारे पढ़ते हैं, न्यूलैंड्स लॉ ऑफ ऑक्टेव। न्यूलैंड्स लॉ ऑफ ऑक्टेव। ऑक्टेव का मीनिंग होता है ग्रुप ऑफ 8, ग्रुप ऑफ 8 या 8। ऑक्टेव मीनस 8। जिहड़ा न्यूलैंड सी ये इंग्लिश कैमिस्ट सी, एक तरह का कैमिस्ट सी, कैमिस्ट्री नाल जुड़िया होया सी। 1865 दे विच उन्होंने अपना जिहड़ा ये पीरियोडिक टेबल है वो पब्लिश किया सी। ये पीरियोडिक टेबल भी काफ़ी अगे तक गया, बट ये मॉडल दियाँ कुछ लिमिटेशनस रहन करके मॉडल ज़्यादा फेम नहीं हासिल कर सकिया, ज़्यादा पढ़िया नहीं गया। ओके, इस दे अकॉर्डिंगली की सी कि आपां अगर एलीमेंट्स नूं इनक्रीजिंग ऑर्डर ऑफ देयर अटोमिक वेट अरेंज कर दिए, जिवें पहला लीथियम नूं लगाता मैं, फिर आपां बरीलियम नूं लगाता, फिर बोरोन, कार्बन, फिर आ गया नाइट्रोजन, ऑक्सीजन, फ्लोरीन, एंड दैन आपां इत्थे लगाता सोडियम, मैगनीशियम, एलूमीनियम, सिलिकॉन, फास्फोरस, सल्फर एंड क्लोरीन, एंड दैन आपां लगाता इत्थे पोटाशियम एंड कैल्शियम। मतलब इधर नूं अटोमिक मास इन्हां दा इनक्रीज़ करदा। इहदा मास 7 है, इहदा मास 8 है, सेम ही अगले दा हैगा, सॉरी इहदा मास 8 नहीं है, इत्थे 9 लिख लियो, 9। ओके, 9 एक्चुअल मास इहदा 9 है। इत्थे 11 आ गया, सेम ही कार्बन का 12 हुंदा, इहदा 14, इहदा 16 आ गया। इदां करके अगर आपां इनक्रीजिंग ऑर्डर दे विच एलीमेंट्स नूं लगा दिंदे आ, कहंदे हरेक 8वां एलीमेंट पहले एलीमेंट नाल मैच करता है। हरेक 8वां एलीमेंट पहले एलीमेंट नाल मैच करेगा, मीनस हरेक 8th एलीमेंट दीयां प्रॉपर्टीज़ पहले एलीमेंट नाल मैच करनगियां। ठीक है, यदी प्रॉपर्टी इहदे नाल मैच करेगी। ठीक है, दूसरे की प्रॉपर्टी इहदे नाल मैच कर जाएगी, क्योंकि मैगनीशियम जिहड़ा हैगा बरीलियम के हिसाब दे नाल 8वें पॉइंट ते 8वें नंबर ते आ रहा। सेम ही एलूमीनीयम की प्रॉपर्टी बोरोन दे नाल मैच करेगी, सेम ही कार्बन की सिलिकॉन दे नाल, सॉरी
ਕਾਰਬਨ ਦੀ ਸਿਲੀਕॉन ਦੇ ਨਾਲ ਮੈਚ ਕਰੇਗੀ, ਸੇਮੀ ਫਾਸਫੋਰਸ ਦੀ ਨਾਈਟ੍ਰੋਜਨ ਦੇ ਨਾਲ ਮੈਚ ਕਰੇਗੀ, ਇੱਦਾਂ ਕਰਕੇ। ਕਿਉਂਕਿ ਫਾਸਫੋਰਸ ਨਾਈਟ੍ਰੋਜਨ ਦੇ ਵਿਦ ਰਿਸਪੈਕਟ 8th ਪੋਜੀਸ਼ਨ ਦੇ ਵਿੱਚ ਹੈ, ਤਾਂ ਹਰੇਕ 8ਵਾਂ ਐਲੀਮੈਂਟ ਪਹਿਲੇ ਐਲੀਮੈਂਟ ਨਾਲ ਮੈਚ ਕਰੇਗਾ। ਇਹ ਬੰਦਾ ਮਿਊਜ਼ਿਕ ਨਾਲ ਜੁੜਿਆ ਹੋਇਆ ਸੀ, ਮਿਊਜ਼ਿਕ ਦੇ ਅਕੋਰਡਿੰਗਲੀ ਉਹਨਾਂ ਨੇ ਇਹ ਜਿਹੜਾ ਹੈਗਾ ਡਿਸਕਵਰੀ ਕੀਤੀ ਸੀ ਕਿ ਜਿਵੇਂ ਮਿਊਜ਼ਿਕ ਦੇ ਵਿੱਚ 7 ਸੁਰ ਹੁੰਦੇ ਨੇ ਅਤੇ 8ਵਾਂ ਸੁਰ ਪਹਿਲੇ ਸੁਰ ਨਾਲ ਦਾ ਹੀ ਹੁੰਦਾ, ਤਾਂ ਕਰਕੇ ਐਲੀਮੈਂਟਾਂ ਦੇ ਵਿੱਚ ਵੀ ਇਹ ਚੀਜ਼ ਕਹਿੰਦਾ ਲਾਗੂ ਹੁੰਦੀ ਹੈ। ਬਟ ਐਲੀਮੈਂਟਾਂ ਦੇ ਵਿੱਚ ਇਹ ਚੀਜ਼ ਸਿਰਫ ਕੈਲਸ਼ੀਅਮ ਤੱਕ ਹੀ ਅਪਲਾਈ ਹੋ ਸਕੀ, ਇਸ ਤੋਂ ਜ਼ਿਆਦਾ ਅਪਲਾਈ ਨਹੀਂ ਹੋ ਸਕੀ। ਦੈਟਸ ਵਾਈ ਮਾਡਲ ਜ਼ਿਆਦਾ ਅੱਗੇ ਨਹੀਂ ਗਿਆ, ਇੱਥੇ ਫੇਲ ਹੋ ਜਾਂਦਾ। ਜਿਹੜਾ ਅਗਲਾ ਮਾਡਲ ਹੈ ਉਹ ਜਿਹੜਾ ਅਗਲਾ ਮਾਡਲ ਜਿਹੜਾ ਦਿੱਤਾ ਹੈ ਉਹ 2 ਸਾਇੰਟਿਸਟਾਂ ਨੇ ਦਿੱਤਾ। 2 ਸਾਇੰਟਿਸਟਾਂ ਨੇ ਪੈਰਲਲ ਕੰਮ ਕੀਤਾ, ਇਕੱਠੇ ਨਹੀਂ ਕੰਮ ਕੀਤਾ, ਪੈਰਲਲ ਕੰਮ ਕੀਤਾ, ਬਟ ਰਿਜ਼ਲਟ ਇੱਕੋ ਲਿਆਂਦਾ। ਉਹਨਾਂ ਦੋਨਾਂ ਦਾ ਨਾਮ ਹੈ ਦਮਿਤਰੀ ਮੈਂਡਲੀਵ ਐਂਡ ਲੋਥਰਮੇਅਰ। ਜਿਹੜਾ ਲੋਥਰਮੇਅਰ ਸਾਇੰਟਿਸਟ ਸੀਗਾ, ਲੋਥਰਮੇਅਰ ਨੇ ਜ਼ਿਆਦਾ ਬੇਸਿਕ ਸਟੱਡੀ ਨਹੀਂ ਦੱਸੀ ਹੈਗੀ ਸੀ ਆਪਣੇ ਟੇਬਲ ਦੇ ਵਿੱਚ। ਇਸ ਤੋਂ ਇਲਾਵਾ ਉਹਨਾਂ ਨੇ ਐਲੀਮੈਂਟਾਂ ਦੀਆਂ ਪ੍ਰੋਪਰਟੀਜ਼ ਨੂੰ ਵੀ ਜ਼ਿਆਦਾ ਸਟੱਡੀ ਨਹੀਂ ਕੀਤਾ ਹੋਇਆ ਸੀ, ਤਾਂ ਕਰਕੇ ਉਹ ਮਾਡਲ ਪਬਲਿਸ਼ ਨਹੀਂ ਹੋ ਸਕਿਆ। ਉਸ ਤੋਂ ਪਹਿਲਾਂ ਹੀ ਜਿਹੜਾ ਦਮਿਤਰੀ ਮੈਂਡਲੀਵ ਹੈ ਉਹਨਾਂ ਦਾ ਪੀਰੀਓਡਿਕ ਟੇਬਲ ਜਿਹੜਾ ਹੈਗਾ ਸੀ ਪਬਲਿਸ਼ ਹੋ ਚੁੱਕਿਆ ਸੀ। 1869 ਦੇ ਵਿੱਚ ਮੈਂਡਲੀਵ ਨੇ, ਆਪਾਂ ਲਿਖ ਦਿੰਦੇ ਹਾਂ ਇੱਥੇ ਮੈਂਡਲੀਵਸ ਪੀਰੀਓਡਿਕ ਟੇਬਲ ਹੈ। 1869 ਦੇ ਵਿੱਚ ਮੈਂਡਲੀਵ ਨੇ ਇੱਕ ਰੂਲ ਦਿੱਤਾ ਕਿ ਆਲ ਦਾ ਫਿਜ਼ੀਕਲ ਐਂਡ ਕੈਮੀਕਲ ਪ੍ਰੋਪਰਟੀਜ਼ ਆਫ ਦ ਐਲੀਮੈਂਟਸ ਆਰ ਦ ਪੀਰੀਓਡਿਕ ਫੰਕਸ਼ਨ ਆਫ ਦੇਅਰ ਐਟੋਮਿਕ ਮਾਸਿਸ। ਕਹਿੰਦਾ ਅਗਰ ਕਿਸੇ ਵੀ ਐਲੀਮੈਂਟ ਦੀ ਫਿਜ਼ੀਕਲ ਜਾਂ ਕੈਮੀਕਲ ਪ੍ਰੋਪਰਟੀ ਚੈੱਕ ਕਰਨੀ ਹੈ, ਉਹ ਪੀਰੀਓਡਿਕ ਫੰਕਸ਼ਨ ਹੈ ਐਟੋਮਿਕ ਵੇਟ ਦਾ, ਯਾਨੀ ਕਿ ਐਟੋਮਿਕ ਵੇਟ 'ਤੇ ਡਿਪੈਂਡ ਕਰਦੀ ਹੈ। ਅਗਰ ਆਪਾਂ ਐਲੀਮੈਂਟਸ ਨੂੰ ਕਹਿੰਦਾ ਐਟੋਮਿਕ ਵੇਟ ਦੇ ਹਿਸਾਬ ਦੇ ਨਾਲ ਅਰੇਂਜ ਕਰ ਦਈਏ ਤਾਂ ਆਟੋਮੈਟਿਕਲੀ ਇੱਕ ਪਰਟੀਕੂਲਰ ਟਾਈਮ ਪੀਰੀਅਡ ਦੇ ਬਾਅਦ, ਇੱਕ ਪਰਟੀਕੂਲਰ ਪੀਰੀਅਡ ਦੇ ਬਾਅਦ ਆਪਣੇ ਆਪ ਐਲੀਮੈਂਟਸ ਇੱਕੋ ਪੋਜੀਸ਼ਨ 'ਤੇ ਆਉਣੇ ਸ਼ੁਰੂ ਹੋ ਜਾਣਗੇ। ਜਿੰਨਾ ਐਲੀਮੈਂਟਾਂ ਦੀਆਂ ਪ੍ਰੋਪਰਟੀਆਂ ਮੈਚ ਕਰਨਗੀਆਂ ਉਹ ਇੱਕੋ ਗਰੁੱਪ ਦੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ। ਜਿਹੜਾ ਮੈਂਡਲੀਵ ਦਾ ਪੀਰੀਓਡਿਕ ਟੇਬਲ ਸੀ, ਅਗਰ ਆਪਾਂ ਉਹ ਮੈਂਡਲੀਵ ਦਾ ਪੀਰੀਓਡਿਕ ਟੇਬਲ ਚੈੱਕ ਕਰੀਏ ਜਾਂ ਤੁਸੀਂ ਬੁੱਕ ਦੇ ਵਿੱਚ ਜੇ ਚੈੱਕ ਕਰੋਗੇ ਤਾਂ ਉਹਦੇ ਵਿੱਚ ਤੁਸੀਂ ਦੇਖੋਗੇ ਕੁਛ ਪੀਰੀਅਡਸ ਐਂਡ ਗਰੁੱਪਸ ਬਣੇ ਹੋਏ ਨੇ। ਜਿਵੇਂ ਕਿ ਮਾਡਰਨ ਪੀਰੀਓਡਿਕ ਟੇਬਲ ਦੇ ਵਿੱਚ ਗਰੁੱਪਸ ਐਂਡ ਪੀਰੀਅਡਸ ਬਣੇ ਹੋਏ ਨੇ, ਸੇਮ ਹੀ ਉਹਦੇ ਟੇਬਲ ਦੇ ਵਿੱਚ ਵੀ ਗਰੁੱਪਸ ਐਂਡ ਪੀਰੀਅਡਸ ਬਣੇ ਹੋਏ ਨੇ। ਅਗਰ ਆਪਾਂ ਇਹਦੇ ਗਰੁੱਪਸ ਐਂਡ ਪੀਰੀਅਡਸ ਦੀ ਗੱਲ ਕਰੀਏ, ਟੋਟਲ ਜਿਹੜੇ ਪੀਰੀਅਡਸ ਸੀਗੇ, ਪੀਰੀਅਡਸ ਮੈਂਡਲੀਵ ਦੇ ਪੀਰੀਓਡਿਕ ਟੇਬਲ ਦੇ ਵਿੱਚ 6 ਸੀਗੇ। ਜਿਹੜੇ ਟੋਟਲ ਗਰੁੱਪਸ ਸੀਗੇ ਉਹ ਹੈਗੇ ਸੀਗੇ 8। ਹਰੇਕ ਗਰੁੱਪ 2 ਅੱਗੇ ਫਰਦਰ ਸਬ ਗਰੁੱਪਸ ਦੇ ਵਿੱਚ ਡਿਵਾਈਡ ਹੋਇਆ ਵਾ, ਜਿਹਨੂੰ ਇੱਕ ਨੂੰ A ਬੋਲ ਦਿੰਦੇ ਆਪਾਂ, ਇੱਕ ਨੂੰ B ਬੋਲ ਦਿੰਦੇ। ਇੱਦਾਂ ਕਰਕੇ ਇਹ ਜਿਹੜੀ ਕਨਫੀਗਰੇਸ਼ਨ ਹੈ ਬਣੀ ਹੋਈ ਹੈ, ਜਿੱਦਾਂ ਕਿ ਆਪਾਂ ਟਾਈਮ ਟੇਬਲ ਲਿਖਦੇ ਹਾਂ ਸੇਮ ਵੇ ਦੇ ਨਾਲ। ਜਿਹੜੇ ਲੈਫਟ ਟੂ ਰਾਈਟ ਨੇ ਰੋਜ਼ ਨੇ ਜਿਹੜੀਆਂ ਉਹ ਪੀਰੀਅਡਸ ਨੇ, ਟੌਪ ਟੂ ਬਾਟਮ ਕਾਲਮ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਕੀ ਬੋਲ ਦਿੰਦੇ ਹਾਂ ਗਰੁੱਪਸ। ਟੋਟਲ 8 ਗਰੁੱਪਸ ਸੀਗੇ ਐਂਡ 6 ਪੀਰੀਅਡ ਸੀਗੇ। ਹਰੇਕ ਗਰੁੱਪ ਅੱਗੇ ਫਰਦਰ 2 ਸਬ ਗਰੁੱਪਸ ਦੇ ਵਿੱਚ ਡਿਵਾਈਡ ਹੋਇਆ ਵਾ ਸੀ, ਇੱਕ ਨੂੰ A ਇੱਕ ਨੂੰ B ਲਿਖਿਆ ਹੋਇਆ ਸੀ ਉਹਨਾਂ ਨੇ। ਤਾਂ ਮੈਂਡਲੀਵ ਦਾ ਜਿਹੜਾ ਪੀਰੀਓਡਿਕ ਟੇਬਲ ਸੀ, ਜੇ ਉਹਨੂੰ ਆਪਾਂ ਸਟੱਡੀ ਕਰੀਏ, ਮੈਂਡਲੀਵ ਨੇ ਐਟੋਮਿਕ ਵੇਟ ਦੇ ਹਿਸਾਬ ਨਾਲ ਐਲੀਮੈਂਟਾਂ ਨੂੰ ਅਰੇਂਜ ਕੀਤਾ। ਠੀਕ ਹੈ ਜੀ। ਬੇਸਿਕਲੀ ਉਹਨਾਂ ਨੇ ਕੀ ਕੀਤਾ, ਲਗਭਗ ਸਾਰੀਆਂ ਫਿਜ਼ੀਕਲ ਪ੍ਰੋਪਰਟੀਜ਼ ਹਰੇਕ ਐਲੀਮੈਂਟ ਦੀਆਂ ਸਟੱਡੀ ਕਰ ਲਈਆਂ। ਜਿੰਨਾ ਐਲੀਮੈਂਟਾਂ ਦੀਆਂ ਫਿਜ਼ੀਕਲ ਕੈਮੀਕਲ ਪ੍ਰੋਪਰਟੀਜ਼ ਮੈਚ ਕਰਦੀਆਂ ਸੀ ਉਹਨਾਂ ਨੂੰ ਇੱਕ ਗਰੁੱਪ ਦੇ ਵਿੱਚ ਲਿਖਣਾ ਸ਼ੁਰੂ ਕਰਤਾ। ਇੱਦਾਂ ਕਰਦੇ ਕਰਦੇ ਉਹਨਾਂ ਨੇ ਦੇਖਿਆ ਕਿ ਕੁਝ ਐਲੀਮੈਂਟ ਜਿਹੜੇ ਹੈਗੇ ਨੇ ਉਹ ਐਟੋਮਿਕ ਵੇਟ ਦੇ ਰੂਲ ਨੂੰ ਸਟ੍ਰਿਕਟਲੀ ਫੋਲੋ ਨਹੀਂ ਕਰਦੇ ਹੈਗੇ। ਮੀਨਸ ਆਪਾਂ ਜੇ ਐਟੋਮਿਕ ਵੇਟ ਦੇ ਅਕੋਰਡਿੰਗਲੀ ਉਹਨਾਂ ਨੂੰ ਲਗਾਉਂਦੇ ਹਾਂ ਤਾਂ ਉਹ ਸਟ੍ਰਿਕਟਲੀ ਫੋਲੋ ਨਹੀਂ ਕਰਦੇ। ਕਈ ਵਾਰੀ ਇੱਦਾਂ ਐਲੀਮੈਂਟ ਹੈ ਜਿਹਦਾ ਐਟੋਮਿਕ ਵੇਟ ਹੈ ਤਾਂ ਜ਼ਿਆਦਾ ਆ, ਬਟ ਉਹ ਪਹਿਲਾਂ ਪੋਜੀਸ਼ਨ 'ਤੇ ਆ ਰਿਹਾ। ਜਿਵੇਂ ਮੰਨ ਲਓ ਆਪਾਂ A ਅਤੇ B 2 ਐਲੀਮੈਂਟ ਲੈ ਲਈਏ, ਇਹਦਾ ਮਾਸ 17, ਇਹਦਾ 18 ਹੈ। ਠੀਕ ਹੈ, ਇਹਨੂੰ ਮਤਲਬ ਅੱਗੇ ਲਿਖਿਆ ਹੋਇਆ ਸੀ, ਇਹਨੂੰ ਪਿੱਛੇ ਲਿਖਿਆ ਜਾਂਦਾ ਸੀ, ਕਿਉਂਕਿ ਇਹਦੀ ਪ੍ਰੋਪਰਟੀ ਪਹਿਲਾਂ ਆ ਰਹੀ ਹੈ, ਇਹਦੀ ਪ੍ਰੋਪਰਟੀ ਬਾਅਦ ਦੇ ਵਿੱਚ ਆ ਰਹੀ ਹੈ। ਮੀਨਸ ਇਹ ਜਿਹੜੇ ਇਹਦੇ ਨੀਚੇ ਐਲੀਮੈਂਟ ਆ ਰਹੇ ਨੇ ਉਹਨਾਂ ਦੀਆਂ ਪ੍ਰੋਪਰਟੀਜ਼ ਦੇ ਨਾਲ ਮੈਚ ਕਰਦੀਆਂ ਨੇ, ਇਹਦੇ ਨਾਲ ਨਹੀਂ ਕਰਦੀਆਂ। ਇਟ ਮੀਨਸ ਐਟੋਮਿਕ ਵੇਟ ਜ਼ਿਆਦਾ ਨੂੰ ਪਹਿਲਾਂ ਲਿਖਤਾ, ਘੱਟ ਨੂੰ ਬਾਅਦ 'ਚ ਲਿਖਤਾ। ਠੀਕ ਹੈ, ਤਾਂ ਉਹਨੇ ਪੂਰੇ ਕੌਨਫੀਡੈਂਸ ਨਾਲ ਕਿਹਾ ਕਿ ਜਿਹੜਾ ਇਹ ਵੇਟ ਡਿਸਕਵਰ ਹੋਇਆ ਨਾ, ਜਿਹੜੇ ਵੀ ਸਾਇੰਟਿਸਟ ਨੇ ਇਹਨੂੰ ਡਿਸਕਵਰ ਕੀਤਾ ਉਹ ਗਲਤ ਡਿਸਕਵਰ ਕੀਤਾ। ਐਕਚੁਅਲ ਦੇ ਵਿੱਚ ਇਹਦਾ ਵੇਟ ਘੱਟ ਆਉਣਾ ਚਾਹੀਦਾ ਸੀ, ਇਹਦਾ ਵੇਟ ਜ਼ਿਆਦਾ ਆਉਣਾ ਚਾਹੀਦਾ ਸੀ। ਤਾਂ ਇੱਦਾਂ ਕਰਕੇ ਉਹਨਾਂ ਨੇ 2-3 ਐਲੀਮੈਂਟ ਦਾ ਵੇਟ ਜਿਹੜਾ ਹੈਗਾ ਉਹ ਸਹੀ ਵੀ ਕੀਤਾ। ਠੀਕ ਹੈ, ਇਸ ਤੋਂ ਇਲਾਵਾ ਜਦੋਂ ਉਹਨਾਂ ਨੇ ਪੀਰੀਓਡਿਕ ਟੇਬਲ ਮਤਲਬ ਕਿ ਅਰੇਂਜ ਕਰਨਾ ਸ਼ੁਰੂ ਕੀਤਾ, ਉਹਦੇ ਵਿੱਚ ਕਾਫੀ ਇੰਪਟੀ ਸਪੇਸਿਸ ਵੀ ਛੱਡੀਆਂ। ਉਹਨਾਂ ਦਾ ਮੰਨਣਾ ਇਹ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਨਵੇਂ ਐਲੀਮੈਂਟ ਡਿਸਕਵਰ ਹੋਣਗੇ ਅਤੇ ਉਹ ਜਿਹੜੀਆਂ ਇੰਪਟੀ ਸਪੇਸਿਸ ਨੇ ਉਹਨਾਂ ਦੇ ਵਿੱਚ ਉਹ ਲੱਗਣਗੇ। ਠੀਕ ਹੈ ਜੀ। ਜਿਹੜੀਆਂ ਇਹ ਇੰਪਟੀ ਸਪੇਸਿਸ ਛੱਡੀਆਂ ਸੀ, ਉੱਥੇ ਜਿਹੜਾ ਵੀ ਐਲੀਮੈਂਟ ਆਉਣਾ ਸੀ ਉਹਦੀਆਂ ਪ੍ਰੋਪਰਟੀਜ਼ ਵੀ ਉਹਨਾਂ ਨੇ ਦੱਸਤੀਆਂ ਸੀ ਕਿ ਇੱਦਾਂ ਦੀਆਂ ਪ੍ਰੋਪਰਟੀਜ਼ ਹੋਣਗੀਆਂ। ਆਉਣ ਵਾਲੇ ਟਾਈਮ ਦੇ ਵਿੱਚ ਜਦੋਂ ਨਵੇਂ ਐਲੀਮੈਂਟ ਡਿਸਕਵਰ ਹੋਏ ਤਾਂ ਐਕਚੁਅਲੀ ਉਹਨਾਂ ਦੀਆਂ ਪ੍ਰੋਪਰਟੀਜ਼ ਜਿਵੇਂ ਮੈਂਡਲੀਵ ਨੇ ਕਿਹਾ ਸੀ ਉਵੇਂ ਮੈਚ ਵੀ ਕਰਦੀਆਂ ਸੀ।
ਤਾਂ ਕਰਕੇ ਮੈਡਲੀਵ ਦਾ ਟੇਬਲ ज़्यादा फेमस होया, फेम हासिल की इन्होंने, ज़्यादा स्टडी भी किया जान लगा। ओके, तो ये सीगा मैडलीव का पीरियोडिक टेबल। इस तो इलावा एक होर इंटरस्टिंग गल ये है, उन्होंने संस्कृत का वर्ड यूज़ किया EKA अका, जिमें कि एलूमीनीयम तो बाद जो एलीमेंट से उदों डिस्कवर नहीं होया सी, उन्होंने लिखता एका एलूमीनीयम, कि जो नवा एलीमेंट है वो एका एलूमीनीयम है। एका मीनस नैक्सट, संस्कृत का वर्ड है मतलब है नैक्सट, मतलब एलूमीनीयम तो नैक्सट एलीमेंट जोड़ा है वो डिस्कवर नहीं होया, आने वाले टाइम डिस्कवर होएगा। सेम ही सिलिकॉन तो बाद सीगा एका सिलिकॉन लिखता उन्होंने। ओके, तो अगर आप मैडलीव के पीरियोडिक टेबल में चंगी तरह डिटेल च देखिए तो उन्होंने काफ़ी इंपॉर्टेंसिस रही ने। किहड़ियां इंपॉर्टेंसिस ने, अगर आप इंपॉर्टेंसिस की गल करिए, फस्ट है सिस्टमैटिक स्टडी ऑफ एलीमेंट्स। फर्स्ट वन इज सिस्टमैटिक स्टडी ऑफ एलीमेंट्स। जिद्दां कि आप ABC के लैटर्स पढ़ते हैं, पहला A सीखते हैं, B सीखते हैं, C सीखते हैं, इदा करके आप एलीमेंट्स नू एल्फाबैट्स नू सीखते हैं। फिर आप एल्फाबैट्स नू जोड़ के देखते हैं, वर्ड्स बनते हैं, वर्ड्स नू जोड़ के देखते हैं, लाइन बनती है, सेंटेंस बनता, मतलब सिस्टमैटिक ढंग नाल आप वो चीज़ां सीखते हैं। सेम ही अगर सिस्टमैटिक ढंग नाल कैमिस्ट्री सीखनी है, इनऑर्गेनिक कैमिस्ट्री सीखनी है, एलीमेंट्स नू पढ़ना सीखना है, तो वो लिए एक पीरियोडिक टेबल की जरूर पऊगी। पीरियोडिक टेबल जिहड़ा मैडलीव का बनाया गया सी, वो एक सिस्टमैटिक वे सी स्टडी का, जानी कि कैमिस्ट्री इस बाद सिस्टमैटिक ढंग नाल स्टडी होनी शुरू होगी। सैकेंड जिहड़ा हैगा सीगा वो हैगा सीगा करैक्शन ऑफ एटॉमिक मासेस। करैक्शन ऑफ एटॉमिक वेट ਜਾਂ एटॉमिक मासेस। उदों के टाइम दे विच कुछ एलीमेंट्स इदां दे सी जिन्हां दा मास सही नहीं सी, जिवें कि मैं पहलां दस्सिया तुहानूं, तो उन्हां दा मास भी इन्हां ने फिक्स किया। जिवें बरीलियम है, बरीलियम का एटॉमिक मास उदों के टाइम दे विच 13.5 लिता जाता सी, बट एक्चुअल दे विच उन्होंने डिस्कवर किया कि 9 हुंदा, 9U हुंदा, 13.5U नहीं हुंदा। ओके, प्रेडिक्शन ऑफ न्यू एलीमेंट्स थर्ड वन है, प्रेडिक्शन ऑफ न्यू एलीमेंट्स। प्रेडिक्शन ऑफ न्यू एलीमेंट्स मतलब कि उन्होंने इंपटी स्पेसिस छड्तियां अपने पीरियोडिक टेबल दे विच। उन्होंने इन्हां दा मनना ये सीगा कि आने वाले टाइम दे विच नवे एलीमेंट डिस्कवर होणगे ते वो ये पोजीशन लैणगे। एक्चुअल दे विच भी इदां ही होया, नवे एलीमेंट डिस्कवर भी होए ते ये पोजीशन उन्होंने लैतियां भी। मैडलीव दा पीरियोडिक टेबल वधिया सी, ज़्यादा पढ़िया भी जान लग्या, सही भी लग रहा है, बट फिर भी ये बावजूद इहदियां काफ़ी ज़्यादा लिमिटेशन सीगियां। वो तुसीं खुद भी पढ़ सकते हो, बाकी मैं हाईलाइट कर दिना। पहला हैगा सी पोजीशन ऑफ हाइड्रोजन। हाइड्रोजन की पोजीशन ये फिक्स नहीं कर सकिया कि कित्थे लगाइए, फस्ट पोजीशन से लगाइए, क्योंकि हाइड्रोजन दी प्रॉपर्टीज़ पहले ग्रुप नाल भी मैच करदियां ने, यानी कि जिहड़ियां मैटल्स ने उन्हां नाल भी मैच करदियां ने, जां जिहड़े हैलोजन ग्रुप ने फ्लोरीन, क्लोरीन, ब्रोमीन, आयोडीन उन्हां नाल भी मैच करदियां ने। दूसरा हैगा अनमलस पेयर्स। तीसरा हैगा पोजीशन ऑफ आइसोटोप। अनमलस पेयर्स का मतलब ये है कि कुछ पेयर्स इदां दे आ गए, मतलब दो एलीमेंट इदां दे आ गए जिन्हां दी प्रॉपर्टीज़ आपस में तो मिलदियां नहीं सी, बट वो एक ग्रुप दे विच ही आ रहे सी। कई थां ते इदां भी होया कि दो एलीमेंट ने, उन्हां दी प्रॉपर्टीज़ मैच करदियां ने, बट वो अलग अलग ग्रुप दे विच ऐड होए हुए ने। ठीक है, इस अलावा पोजीशन ऑफ आइसोटोप, जिवें हाइड्रोजन है, हाइड्रोजन के 3 आइसोटोप ने, H11, H12, H13, H11, H12, H13। प्रोटीयम, ड्यूटीरियम तो ट्रीटियम 3 आइसोटोप ने हाइड्रोजन के, मान लो सपोज करो। तो अगर आप हाइड्रोजन नू ग्रुप दे विच पीरियोडिक टेबल में अरेंज करना, तो पहले इनू लिखना पऊगा, फिर इनू। इट मीनस ये तो तीनों डिफरेंट एलीमेंट हो गए, बट एक्चुअल दे सेम ने। सेम ही होर भी जिन्ने भी एलीमेंट के आइसोटोप एग्जिस्ट करते सी, वो आइसोटोप्स नू कित्थे लगाइए इनू पता ही नहीं लग रहा सी। नैक्सट हैगा कॉज ऑफ पीरियोडिसिटी। ये कहता कि अपने आप रैगूलर पीरीयड के बाद एलीमेंटां दी प्रॉपर्टीज़ मैच करन लग जांदियां ने, एक ग्रुप दे विच आउणे शुरू हो जांदे ने। इहदा कारण की है, क्यों ये प्रॉपर्टीज़ मैच करदियां ने, उहदे बारे इन्हां ने कुछ नहीं दस्सिया। इस तों इलावा जिहड़े मॉडर्न पीरियोडिक टेबल दे विच लास्ट 2 सीरीज़ां तुसीं देखियां होणीआं, तुसीं बुक के फ्रंट ते देख भी सकते हो। लास्ट 2 सीरीज़ां ने जिहड़ियां लैंथेनाइड ते एक्टिनाइड, लैंथेनाइड ते एक्टिनाइड नूं इन्हां ने अरेंज नहीं किया, अरेंज नहीं कर सकिया, उहदे लई ये एबल नहीं सीगे अरेंज करन दे लई। सो ये कुछ लिमिटेशनस सीगियां, लिमिटेशनस के बावजूद भी ये काफ़ी ज़्यादा मॉडल जिहड़ा हैगा पढ़िया जान लग्या, काफ़ी ज़्यादा सही भी सीगा। ये लिमिटेशनस का करके ही नवा मॉडर्न टेबल जिहड़ा हैगा, मॉडर्न पीरियोडिक टेबल जिहड़ा हैगा बनाउण दी जरूरत पई है। जिहड़ा नवा मॉडर्न पीरियोडिक टेबल आ, मोस्ले नाम के साइंटिस्ट ने उहदे विच हैल्प कीती सी।
ਉਹ ਮਾਡਲ ਆਪਾਂ ਅਗਲੇ ਜਿਹੜਾ ਹੈਗਾ ਪੀਰੀਅਡ ਦੇ ਵਿੱਚ ਪੜ੍ਹ ਲਾਂਗੇ, ਲੈਕਚਰ ਦੇ ਵਿੱਚ ਪੜ੍ਹ ਲਾਂਗੇ। ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗਾ ਕਿ ਮਾਡਰਨ ਪੀਰੀਓਡਿਕ ਟੇਬਲ ਕਿੱਦਾਂ ਦਾ, ਕਿੱਦਾਂ ਉਹਦੇ ਵਿੱਚ ਐਲੀਮੈਂਟਸ ਅਰੇਂਜ ਹੋਏ ਹੋਏ ਨੇ, ਕਿੱਦਾਂ ਉਹਨਾਂ ਦੀਆਂ ਪ੍ਰੋਪਰਟੀਜ਼ ਆਪਾਂ ਨੇ ਸਟੱਡੀ ਕਰਨੀਆਂ ਨੇ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਇਸ ਚੀਜ਼ ਨੂੰ ਚੰਗੀ ਤਰ੍ਹਾਂ ਡਿਸਕਸ ਕਰਕੇ ਪੜ੍ਹਨਾ। ਇਹ ਕੋਈ ਮਤਲਬ ਸਿਲੇਬਸ ਦਾ ਪਾਰਟ ਨਹੀਂ ਹੈ, ਬਟ ਇੱਦਾਂ ਦੀ ਹਿਸਟਰੀ ਹੈ ਜਿਹੜੀ ਇੰਟਰਸਟਿੰਗ ਵੀ ਹੈ ਅਤੇ ਤੁਹਾਨੂੰ ਪਤਾ ਵੀ ਹੋਣੀ ਚਾਹੀਦੀ ਆ ਕਿ ਪੀਰੀਓਡਿਕ ਟੇਬਲ ਜਿਹੜਾ ਬਣਿਆ ਉਹਦੇ ਲਈ ਸਾਇੰਟਿਸਟਾਂ ਨੇ ਕਿੱਦਾਂ ਆਪਣੀ ਜਿਹੜੀ ਹੈਗੀ ਕੰਟਰੀਬਿਊਸ਼ਨ ਪ੍ਰੋਵਾਈਡ ਕੀਤੀ ਆ। ਓਕੇ, ਤਾਂ ਇਹਨੂੰ ਡਿਟੇਲ ਦੇ ਵਿੱਚੋਂ ਪੜ੍ਹਨਾ। ਅਗਰ ਕੋਈ ਨਾ ਚੀਜ਼ ਪਤਾ ਲੱਗੇ ਤਾਂ ਮੈਨੂੰ ਪੁੱਛ ਲੈਣਾ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਟੇਕ ਕੇਅਰ, ਬਾਏ ਬਾਏ।